ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਕੋਈ। ਮਾਟੇ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ। ਨਰ ਚਾਹਤ ਕਛ ਔਰੈ ਕੀ ਔਰੈ ਪਈ। ਚਿਤਵਤ ਰਹਿ ਉਠ ਗੌਰ ਨਾਨਕ ਫਾਸੀ ਗਲ ਪਰੀ। ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕਿਓ ਨ ਕੋਏ। ਕਹੋ ਨਾਨਕ ਸੁਨ ਰੇ ਮਨਾ ਹਰ ਪਾਵੈ ਸੋ ਹੋਏ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਕਹੋ ਨਾਨਕ ਮਨ ਸਿਮਰਤ ਹੈ ਪੂਰਨ ਹੋਵੈ ਕਾਮ। ਨਰ ਚਾਹਤ ਕਛ ਔਰੈ ਕੀ ਔਰੈ ਪਈ। ਚਿਤਵਤ ਰਹਿ ਉਠ ਗੌਰ ਨਾਨਕ ਫਾਸੀ ਗਲ ਪਰੀ। ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ। ਪਰਮ ਸਤਿਕਾਰਯੋਗ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਮਾਨ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਅਸੀਂ ਤੁਸੀਂ ਸਾਰੇ ਹੀ ਭਲੀ ਭਾਂਤ ਜਾਣਦੇ ਹਾਂ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪਾਵਨ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਜੋ ਪਿਛਲੇ ਕੁਝ ਦਿਨਾਂ ਤੋਂ 9ਵੇਂ ਮਹੀਨੇ ਦੇ ਸ਼ਲੋਕਾਂ ਦੀ ਲੜੀਵਾਰ ਕਥਾ ਚੱਲ ਰਹੀ ਹੈ, ਉਸੇ ਦੇ ਤਹਿਤ ਕੱਲ ਦੇ ਦੀਵਾਨ 'ਚ ਸਤਿਗੁਰਾਂ ਨੇ ਕਿਰਪਾ ਕਰਕੇ ਰਹਿਮਤ ਕਰਕੇ 37 ਸ਼ਲੋਕਾਂ ਦੀ ਵਿਚਾਰ ਜਿਹੜੀ ਹੈ ਉਹ ਸੰਪੂਰਨ ਕਰਾਈ ਸੀ। ਅੱਜ ਸਾਧ ਸੰਗਤ 38ਵੇਂ ਸ਼ਲੋਕ ਤੋਂ ਵਿਚਾਰ ਪ੍ਰਾਰੰਭ ਕਰਨੀ ਹੈ, ਪਰ ਪਹਿਲੇ ਆਪ ਜੀ ਬਖਸ਼ੋ ਅਸੀਸ ਤਾਂ ਕਿ ਕੁਝ ਕਹਿਣ ਦਾ ਹੀਲਾ ਕਰ ਸਕਾਂ ਜੀ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਅੱਜ ਦੇ ਸ਼ਲੋਕ ਅੰਦਰ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇੱਕ ਮਨੁੱਖ ਦੀ ਫਿਤਰਤ ਬਿਆਨ ਕੀਤੀ ਹੈ। ਸਤਿਗੁਰ ਕਹਿੰਦੇ ਨਰ ਚਾਹਤ ਕਛ ਔਰੈ ਕੀ ਔਰੈ ਪਈ। ਮਨੁੱਖ ਦੀ ਹਾਲਤ ਬਿਆਨ ਕੀਤੀ ਹੈ ਕਿ ਮਨੁੱਖ ਚਾਹੁੰਦਾ ਕੁਝ ਹੋਰ ਹੈ, ਇਹਦੇ ਅੰਦਰ ਚਾਹਤ ਕੁਝ ਹੋਰ ਹੁੰਦੀ ਹੈ ਤੇ ਇਹਦੇ ਨਾਲ ਹੁੰਦਾ ਕੁਝ ਹੋਰ ਹੈ। ਫਿਰ ਕੀ ਉਹਦਾ ਰਿਜ਼ਲਟ ਨਿਕਲਦਾ? ਮਰਕਨ ਦੇ ਚਿਤਵਤ ਰਹੇ ਉਠ ਗੌਰ ਨਾਨਕ ਫਾਸੀ ਗਲ ਪਰੀ। ਮਰਕਨ ਦੇ ਚਿੱਤ ਵਿੱਚ ਤਾਂ ਤੇਰੇ ਠਗੌਰੀ ਹੁੰਦੀ ਹੈ ਤੇ ਇਹਦੇ ਕਰਕੇ ਫਿਰ ਤੇਰੇ ਜਿੰਦੇ ਜੀ ਗਲ ਵਿੱਚ ਫਾਈ ਪਈ ਰਹਿੰਦੀ ਹੈ। ਆਓ ਇਸ ਸ਼ਲੋਕ ਨੂੰ ਆਪਾਂ ਸਮਝਣ ਦਾ ਨਿਮਾਣਾ ਜਾਂ ਯਤਨ ਕਰ ਲਈਏ। ਸਾਧ ਸੰਗਤ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਵੇਖਦੇ ਹਾਂ ਨਾ, ਮੇਰੇ ਸਤਿਗੁਰਾਂ ਨੇ ਸਾਨੂੰ ਗੁਰੂ ਅੱਗੇ ਸਮਰਪਿਤ ਹੋਣ ਦੀ ਜਾਚ ਸਿਖਾਈ। ਉਸ ਰੱਬ ਨੂੰ ਸਮਰਪਿਤ ਹੋਣ ਦੀ ਜਾਚ ਸਿਖਾਈ ਕਿ ਭਲਿਆ ਤੈਨੂੰ ਉਹਦੇ ਭਾਣੇ ਅੰਦਰ ਜੀਣ ਦੀ ਜਾਚ ਆ ਜਾਏ। ਜੇ ਜੀਵਨ 'ਚ ਖੁਸ਼ੀਆਂ ਚਾਹੁੰਦਾ, ਜੇ ਜੀਵਨ 'ਚ ਆਨੰਦ ਚਾਹੁੰਦਾ ਤੇ ਉਹਦੇ ਵਾਸਤੇ ਤੈਨੂੰ ਉਸ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਪਏਗਾ।
ਪੜ੍ਹਿਓ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ। ਮੇਰੇ ਸਤਿਗੁਰਾਂ ਨੇ ਬਾਣੀ ਦੀ ਆਰੰਭਤਾ ਹੀ ਇੱਥੋਂ ਕੀਤੀ ਹੈ। ਆਖਿਆ ਭਲਿਆ ਜੇ ਜੀਵਨ 'ਚ ਖੁਸ਼ੀਆਂ ਚਾਹੁੰਦਾ ਤਾਂ ਤੈਨੂੰ ਉਸ ਮਾਲਕ ਦੀ ਰਜ਼ਾ ਅੰਦਰ, ਉਹਦੇ ਮਾਲਕ ਦੇ ਭਾਣੇ ਅੰਦਰ ਰਹਿਣਾ ਪਏਗਾ। ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਭਾਲ, ਹੁਕਮ ਰਜਾਈ ਚਲਣਾ, ਨਾਨਕ ਲਿਖਿਆ ਨਾਲ। ਇਹ ਸ਼ੁਰੂ ਤੋਂ ਲਿਖਿਆ ਆਇਆ, ਜੇ ਉਸ ਮਾਲਕ ਦੇ ਭਾਣੇ ਅੰਦਰ, ਉਸ ਮਾਲਕ ਦੇ ਹੁਕਮ ਅੰਦਰ ਤੁਰਾਂਗੇ ਤੇ ਜੀਵਨ 'ਚ ਆਨੰਦ ਬਣ ਜਾਏਗਾ, ਜੀਵਨ 'ਚ ਖੁਸ਼ੀਆਂ ਆ ਜਾਣਗੀਆਂ। ਇਸ ਸ਼ਲੋਕ ਨੂੰ ਜ਼ਿਆਦਾਤਰ ਆਪਾਂ ਨਾ ਮੌਤ ਨਾਲ ਜੋੜ ਕੇ ਵੇਖਦੇ ਹਾਂ। ਮੇਰੇ ਸਤਿਗੁਰ ਕਹਿਣ ਲੱਗੇ, ਨਹੀਂ ਭਲਿਆ, ਮੌਤ ਤਾਂ ਇੱਕ ਦਿਨ ਆਣੀ ਆ। ਜੋ ਸਮਾਂ ਨਿਜੁਗਤ ਹੈ, ਜਿੰਨੇ ਕੁ ਸਾਨੂੰ ਆਰਵਲਾ ਦੇ ਕੇ ਮਾਲਕ ਨੇ ਸੰਸਾਰ ਤੇ ਭੇਜਿਆ ਨਾ, ਉਤਨਾ ਸਮਾਂ ਆਪਾਂ ਭੋਗ ਕੇ ਸੰਸਾਰ ਤੋਂ ਚਲੇ ਜਾਣਾ ਜੀ। ਮਰਨ ਲਿਖਾਏ ਮੰਡਲ ਮੇ ਆਏ, ਸਾਡਾ ਮਰਨਾ ਪਹਿਲਾਂ ਹੀ ਤੈਅ ਹੈ। ਜਿਤਨਾ ਕੁ ਸਮਾਂ ਦੇ ਕੇ ਉਸ ਮਾਲਕ ਨੇ ਸੰਸਾਰ ਤੇ ਭੇਜਿਆ, ਉਤਨਾ ਭੋਗ ਕੇ ਆਪਾਂ ਸੰਸਾਰ ਤੋਂ ਇੱਕ ਦਿਨ ਚਲੇ ਜਾਣਾ। ਪਰ ਇੱਥੇ ਜਿੰਦੇ ਜੀ ਮਨੁੱਖ ਦੀ ਹਾਲਤ ਬਿਆਨ ਕੀਤੀ ਹੈ ਕਿ ਮਨੁੱਖ ਕਈ ਵਾਰੀ ਸੋਚਦਾ ਕੁਝ ਹੋਰ ਹੈ ਤੇ ਹੁੰਦਾ ਕੁਝ ਹੋਰ ਹੈ, ਤੇ ਇਤਨਾ ਕੁ ਪਰੇਸ਼ਾਨ ਹੋ ਜਾਂਦਾ ਹੈ, ਆਪਣੇ ਗਲ 'ਚ ਫਾਈ ਪਾ ਕੇ ਰੱਖ ਲੈਂਦਾ ਹੈ, ਉਹ ਚਿੰਤਾ ਦੀ, ਉਹ ਪਰੇਸ਼ਾਨੀਆਂ ਦੀ ਫਾਈ। ਲਓ ਸ਼ਲੋਕ ਨੂੰ ਸਾਧ ਸੰਗਤ ਹੋਰ ਡਿਟੇਲ ਨਾਲ ਆਪਾਂ ਸਮਝੀਏ। ਮਰ ਕਹਿੰਦੇ ਨਰ ਚਾਹਤ ਕਛ ਔਰੈ ਕੀ ਔਰੈ ਪਈ। ਮਨੁੱਖ ਦੀ ਚਾਹਤ ਕੁਝ ਹੋਰ ਹੁੰਦੀ ਹੈ, ਮਨੁੱਖ ਚਾਹੁੰਦਾ ਕੁਝ ਹੋਰ ਹੈ ਤੇ ਮਿਲਦਾ ਕੁਝ ਹੋਰ ਹੈ। ਆਓ ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਵੇਖਾਂਗੇ ਨਾ, ਤਾਂ ਗੱਲ ਸਮਝ ਆਏਗੀ ਅਸਲ ਵਿੱਚ ਮਨੁੱਖ ਚਾਹੁੰਦਾ ਕੀ ਹੈ ਤੇ ਇਹਦੇ ਨਾਲ ਹੁੰਦਾ ਕੀ ਹੈ। ਮਨੁੱਖ ਦੇ ਪੂਰੇ ਜੀਵਨ ਤੇ ਝਾਤ ਮਾਰ ਕੇ ਦੇਖਿਓ ਸਾਧ ਸੰਗਤ, ਮਨੁੱਖ ਜਨਮ ਤੋਂ ਲੈ ਕੇ ਜਦੋਂ ਹੋਸ਼ ਸੰਭਾਲਦਾ ਨਾ, ਉਸ ਸਮੇਂ ਤੋਂ ਲੈ ਕੇ ਅੰਤਲੇ ਸਵਾਸ ਤੱਕ ਮਨੁੱਖ ਦੀ ਇੱਕੋ ਇੱਕ ਮੰਗ ਹੈ ਕਿ ਕਿਤੇ ਮੇਰੇ ਜੀਵਨ 'ਚ ਖੁਸ਼ੀਆਂ ਆ ਜਾਣ, ਮੇਰੇ ਜੀਵਨ 'ਚ ਆਨੰਦ ਆ ਜਾਏ, ਮੇਰਾ ਜੀਵਨ ਸਦੀਵ ਕਾਲ ਲਈ ਸੁਖੀ ਹੋ ਜਾਏ। ਤੇ ਜਦੋਂ ਇਹਦੇ ਮੁਤਾਬਕ ਇਹ ਕੁਝ ਇਸ ਨੂੰ ਨਹੀਂ ਮਿਲਦਾ ਤਾਂ ਮਰ ਕਹਿੰਦੇ ਫਿਰ ਇਹ ਮਨੁੱਖ ਪਰੇਸ਼ਾਨ ਹੋ ਜਾਂਦਾ, ਚਾਹੁੰਦਾ ਖੁਸ਼ੀਆਂ ਲੇਕਿਨ ਮਿਲਦੇ ਦੁੱਖ ਨੇ। ਕਾਰਨ ਕੀ ਹੈ? ਹਾਲਾਂਕਿ ਇਸੇ ਸ਼ਲੋਕ ਅੰਦਰ ਮੇਰੇ ਗੁਰੂ ਪਾਤਸ਼ਾਹ ਨੇ ਜਵਾਬ ਦਿੱਤੇ ਨੇ। ਮਰ ਕਹਿੰਦੇ ਆ ਭਲਿਆ ਤੈਨੂੰ ਦੱਸਾਂ, ਜੇ ਜੀਵਨ 'ਚ ਖੁਸ਼ੀਆਂ ਚਾਹੁੰਦਾ ਤੇ ਉਸ ਸੁੱਖਾਂ ਦੇ ਦਾਤੇ ਨਾਲ ਤੂੰ ਆਪਣਾ ਨਾਤਾ ਜੋੜ ਲੈ, ਤਾਂ ਤੇਰੇ ਜੀਵਨ 'ਚ ਖੁਸ਼ੀਆਂ ਆ ਸਕਦੀਆਂ ਨੇ। ਕਿ 3 ਪੰਕਤੀਆਂ ਦਾ ਵਚਨ ਹੈ ਜੀ। ਮਰ ਕਹਿੰਦੇ ਮਨੁੱਖ ਦੀ ਹਾਲਤ ਇਹ ਹੈ, ਨਿਤ ਨਿਤ ਖੁਸ਼ੀਆਂ ਮਨ ਕਰੇ, ਨਿਤ ਨਿਤ ਮੰਗੇ ਸੁੱਖ ਜਿਉ। ਨਿਤ ਇਹ ਖੁਸ਼ੀਆਂ ਭਾਲਦਾ, ਨਿਤ ਇਹ ਸੁੱਖ ਭਾਲਦਾ, ਪਰ ਕਰਤਾ ਚਿਤ ਨ ਆਵੇ, ਫਿਰ ਲੱਗੇ ਦੁੱਖ ਜਿਉ। ਇਹਨੂੰ ਉਹ ਕਰਤਾ ਚੇਤੇ ਨਹੀਂ ਆਉਂਦਾ ਜਿਹਦੇ ਦਰ ਤੋਂ ਸਾਰੇ ਸੁੱਖ ਆਉਂਦੇ ਨੇ। ਜਿਹੜਾ ਸੁੱਖਾਂ ਦਾ ਦਾਤਾ ਹੈ, ਇਹ ਉਹਨੂੰ ਭੁਲਾ ਕੇ ਕਹਿੰਦਾ ਕਿ ਮੇਰੇ ਜੀਵਨ 'ਚ ਖੁਸ਼ੀਆਂ ਤੇ ਮੇਰੇ ਜੀਵਨ 'ਚ ਸੁੱਖ ਆ ਜਾਣ। ਮਰ ਕਹਿੰਦੇ ਲੈ ਤੈਨੂੰ ਇੱਕ ਤਰੀਕਾ ਦੱਸਣ ਲੱਗਾ, ਤੀਸਰੀ ਪੰਕਤੀ ਦੇ ਅੰਦਰ ਮਰ ਕਹਿੰਦੇ ਸੁੱਖ ਦੁੱਖ ਦਾਤਾ ਮਨ ਵਸੈ, ਤਿਤ ਤਨ ਕੈਸੀ ਭੁੱਖ ਜੀਉ। ਤੇਰੀ ਸੁੱਖ ਮੰਗਣ ਦੀ ਲਾਲਸਾ ਹੀ ਖਤਮ ਹੋ ਜਾਵੇਗੀ ਜੇ ਤੇ ਉਹ ਸੁੱਖਾਂ ਦੇ ਦਾਤੇ ਨੂੰ ਤੂੰ ਆਪਣੇ ਹਿਰਦੇ ਵਿੱਚ ਵਸਾ ਲਏਗਾ। ਮਰ ਕਹਿੰਦੇ ਕੁਦਰਤ ਦਾ ਇੱਕ ਨਿਯਮ ਹੈ ਭਲਿਆ, ਅੱਜ ਜੀਵਨ 'ਚ ਖੁਸ਼ੀਆਂ ਨੇ, ਅੱਜ ਜੀਵਨ 'ਚ ਸੁੱਖ ਨੇ, ਇਹ ਸਦਾ ਵਾਸਤੇ ਨਹੀਂ ਬਣੇ ਰਹਿਣ। ਮਤਾਂ ਕਿਤੇ ਤੂੰ ਅੰਦਰ ਇੱਕ ਚਾਹਤ ਬਣਾ ਕੇ ਬਹਿ ਜਾਏ ਕਿ ਮੇਰੇ ਅੰਦਰ ਸਦੀਵ ਅਕਾਲੀ ਸੁੱਖ ਬਣ ਜਾਣ। ਤੂੰ ਆਖੇ ਕਿ ਮੇਰੇ ਜੀਵਨ 'ਚ ਖੁਸ਼ੀਆਂ ਰਹਿਣੀਆਂ ਚਾਹੀਦੀਆਂ, ਤੇ ਜਦੋਂ ਫਿਰ ਇਹਦੇ ਵਿਪਰੀਤ ਕੁਝ ਹੁੰਦਾ ਨਾ, ਤੇ ਫਿਰ ਤੇਰੇ ਤੋਂ ਆਪਣਾ ਆਪ ਸੰਭਾਲਿਆ ਨਹੀਂ ਜਾਣਾ। ਸਾਧ ਸੰਗਤ ਮੇਰੇ ਸਤਿਗੁਰ ਕਹਿੰਦੇ ਭਲਿਆ ਦੇਖ, ਕੇਵਲ ਤਾਂ ਕੇਵਲ ਸੁੱਖ ਦੀ ਲਾਲਸਾ ਰੱਖਣੀ ਇਹ ਮਨੁੱਖ ਦੀ ਨਿਸ਼ਾਨੀ ਨਹੀਂ। ਮੇਰੇ ਗੁਰੂ ਨਾਨਕ ਨੇ ਬੜਾ ਪਿਆਰਾ ਇੱਕ ਬਚਨ ਸਾਡੀ ਝੋਲੀ 'ਚ ਪਾਇਆ ਜੀ। ਮਰ ਕਹਿੰਦੇ ਉਹ ਲੋਕ ਝੱਖ ਮਾਰਦੇ ਨੇ ਜਿਹੜੇ ਕਹਿੰਦੇ ਮੇਰੇ ਮੁਤਾਬਕ ਮੈਨੂੰ ਸਭ ਕੁਝ ਮਿਲਦਾ ਜਾਏ, ਮੈਂ ਸੁੱਖ ਚਾਹੁੰਦਾ ਮੈਨੂੰ ਸੁੱਖ ਹੀ ਮਿਲਣ। ਕਹਿੰਦੇ ਉਹ ਲੋਕ ਝੱਖ ਮਾਰਦੇ ਨੇ, ਉਹ ਆਪਣੇ ਜੀਵਨ ਦਾ ਮਕਸਦ ਭੁੱਲ ਗਏ, ਉਹ ਕੁਦਰਤ ਦੇ ਨਿਯਮਾਂ ਨੂੰ ਭੁੱਲ ਗਏ। ਸਾਧ ਸੰਗਤ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ, ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਐ ਸੁੱਖ। ਮਰ ਕਹਿੰਦੇ ਤੇਰਾ ਬੋਲਣਾ ਇੱਕ ਝੱਖ ਮਾਰਨਾ ਭਲਿਆ, ਭਕਾਈ ਮਾਰਨਾ, ਜੇ ਤੂੰ ਸੁੱਖਾਂ ਨੂੰ ਛੱਡ ਕੇ ਦੁੱਖਾਂ ਨੂੰ ਛੱਡ ਕੇ ਸੁੱਖ ਮੰਗੇਗਾ। ਐਸਾ ਹੋ ਨਹੀਂ ਸਕਦਾ। ਕੁਦਰਤ ਦਾ ਨਿਯਮ ਹੈ ਕਿ ਅੱਜ ਸੁੱਖ ਨੇ ਤੇ ਕੱਲ ਦੁੱਖ ਆਣੇ, ਅੱਜ ਦੁੱਖ ਨੇ ਤੇ ਕੱਲ ਸੁੱਖ ਆਣੇ। ਨਾਨਕ ਬੋਲਣ ਝੱਖਣਾ, ਦੁੱਖ ਛੱਡ ਮੰਗੀਐ ਸੁੱਖ। ਮਰ ਕਹਿੰਦੇ ਦੇਖ ਭਲਿਆ, ਇਹ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀਆ ਤਿੱਥੇ ਚੰਗੀ ਚੁੱਪ। ਇਹ ਦੁੱਖ ਤੇ ਸੁੱਖ ਇਸ ਤਰ੍ਹਾਂ ਨੇ ਜਿਵੇਂ ਆਪਾਂ ਆਪਣੇ ਤਨ ਦੇ ਵਸਤਰ ਤਬਦੀਲ ਕਰਨੇ। ਇਹ ਤਾਂ ਜੀਵਨ ਦਾ ਅੰਗ ਨੇ, ਕਦੇ ਸੁੱਖ ਆਣੇ ਕਦੇ ਦੁੱਖ ਆਣੇ। ਤਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਮਨੁੱਖ ਦੀ ਫਿਤਰਤ ਕੀ ਹੈ? ਇਹ ਕਹਿੰਦਾ ਜੋ ਕੁਝ ਮੈਨੂੰ ਮਿਲੇ ਮੇਰੇ ਮੁਤਾਬਕ ਮਿਲੇ, ਜੋ ਕੁਝ ਮੈਂ ਚਾਹੁੰਦਾ ਨਾ ਉਹੀ ਕੁਝ ਮੈਨੂੰ ਮਿਲੇ, ਤੇ ਜੇ ਉਹ ਕੁਝ ਨਾ ਮਿਲੇ
तो यकीन जानियो फिर परेशान हो जाता। ये गल च वो फाही बन जाती, वो चिंता की फाही, वो फिक्र की फाही बन जाती कि ये की मेरे नाल वापर गया। तां ही तां लोग आत्म हत्या करते वेखे जी, लोग फिर सुसाइड करते वेखे। क्यों कि मैं इन्नी मेहनत की सी, मैं ये कुछ चाहया सी, लेकिन मेरे मुताबिक मैनू ये कुछ मिलिया नहीं। साध संगत ज़्यादा विस्तार नहीं, क्योंकि 3 श्लोक आपां विचारने होंदे ने। गुरु तेग बहादुर पातशाह अज रहमत पे करते हैं, मर कहते नर चाहत कछ और है की और है पई। मनुख चाहता कुछ होर है तो हुंदा कुछ होर है। पहलां भी बेनती की ना, इस श्लोक को ज़्यादातर आपां मौत नाल जोड़ के रख दिता जी, कि मनुख कई तरह की प्लैनिंग बना के बैठा होंदा, कई तरह के प्रोग्राम उलीक के बैठा होंदा, लेकिन अचनचेत उस मालक का बुलावा आ जाता, मनुख का सब कुछ धरिया धराया उत्थे रह जाता। हालांकि बाणी दे कोई एक अर्थ नहीं, असल में ये तो अथाह समुंदर है, जिन्नी कोई इस डुबकी मारेगा उतनियां उन्होंने बख्शिशां मिल जाएगियां, उतनियां उहदे ते रहमतां हो जाएगियां। जिन्नी जिन्नी गहराई में जाएगा उन्ने हीरे ते मोती वो चुग लवेगा। इतना ये अथाह समुंदर है, इसका कोई अंत थोड़ी पाया जा सकता। मेरे पातशाह कहते मनुख चाहता कुछ होर है तो ये हुंदा कुछ होर है। एक वचन आपां पढ़ने ना, मत्ता करे पश्चिम कै ताई पूर्व ही लै जात। मारे कहते ये तो मता पका के बैठा सी कि मैं पश्चिम वाले पासे नूं जाना है, उस मालक ने बांह पकड़ी, वो पूर्व वाले पासे नूं लै गया। बस यही तो गल सिखाती है बाणी, उसनों सरैंडर करने वास्ते जा सिखाती। तो उन्होंने समर्पित हो जा, तेरे जीवन च खुशियां आ जान। जे तू अपने मुताबिक चलने की कोशिश करेगा, जीवन च दुख आने ना, तो आखेंगे हर चीज़ मेरी चाहत अनुसार मिल जाए, ऐसा नहीं हो सकता। असल में मिलना वो है जो कुछ उस मालक नूं भाएगा। असल में उही गल चंगी होनी है जो उस मालक नूं चंगी लगेगी। एक बड़ा प्यारा रस भिन्ना वचन आपां पढ़ने, आपे हर एक रंग है आपे बहुरंगी, जो तिस भावै नानका साई गल चंगी। किते ये भावना तेरी बन जाए। ये पूरी दी पूरी बाणी कादे वास्ते सानू सतगुरां दित्ती, किते तेरा जीवन इहो जिहा तैयार हो जाए, तू दुख ते सुख विच एक समान रह सके, तेरी इतनी क उच्ची अवस्था होवे तो कह देवें कि केतियां दुख भूख सदमार, ये भी दात तेरी दातार। घर विच सुख आ गए तू मालक का शुकराना करे, दुख आ गए तां भी उस मालक अगे अरदास करे, मालका शुक्र है तेरा, इहदे विच भी किधरे मेरा भला ही होना है। उस मालक की रजा नूं मिठा करके मनना। गुरु अर्जन देव पातशाह ने तत्ती तवी ते बैठ के भी मुमारख रसना तो बचन कीते, तेरा किया मीठा लागै हर नाम पदार्थ नानक मांगे। वो कादे वास्ते 5 दिन लगातार दुख झल के भी सानू एक मैसेज दिता कि दुनिया के लोगों, संसार ते विचरते हैं वड्डी तो वड्डी परेशानी आनी है। ये ना सोचो कि जो कुछ आपां चाहते हैं उहिओ कुछ हो जाएगा। ये सब तो बड़े दुखों का कारण है जी। सब तो वड्डी गल विच फाही पाने वाली गल है कि बंदा आखे जो कुछ मैं चाहना उहिओ कुछ मेरे नाल हुंदा जाए, ऐसा नहीं हो सकता ना। अपने आप को तैयार रखना, अपनी तैयारी करके रखना, मेहनत करनी रज के, पर जे साडे मुताबिक नहीं कुछ होंदा तो निराश नहीं होना। साध संगत दूसरी बार एक वचन कह लगा, फिर लोग निराश होके दुखी होके आत्म हत्या कर लेंदे ने। क्यों कि जो कुछ मैं चाहया सी वो कुछ होया नहीं। लो श्लोक का पाठ सरमन करियो, कितनी अंदर नूं तसल्ली मिलती है। सतगुर कहंदे भलिया किसी अमीर इंसान नूं वेख के तेरे अंदर ये फुरना ना जागे कि मैं भी इतना अमीर हो जावां। सतगुरां ने किन्ने वचन वरते जी, फरीदा रुखी सुखी खाए कै, ठंडा पानी पियो देख पराई चौपड़ी ना तरसाए जियो। मैं तो तेरा इहो जिहा जीवन घड़ना चाहना कि तू ये ना चाहे कि जो कुछ मैं चाहना वो कुछ मैनूं मिल जाए, तो दूसरे नूं देख के अपने जीवन च परेशानियां ना भर के बह जाए। मर कहते नर चाहत कछ और है की और है पई। मनुख चाहता कुछ होर है तो हुंदा कुछ होर है। होया की फिर, चितवत उठ गौर नानक फासे गल परे भलिया। जो कुछ तू चाहना है वो कुछ मिलता, पता क्यों नहीं? तेरे चेते विच तां ठगौरियां ने, तेरे चेते विच ठगियां चलदियां पियां ने। बारू जवान तो कुछ मंगना है, अंदर चेते विच झात मार के देखना, अंदर तेरे देख की चितवनी चलती पई है। तो दुनिया नूं ठग सकना बारू पहरावा पा के, दुनिया नूं तो गल्लां बातां राहीं ठग सकना, पर एक गल याद रखें, गुरु बाहरों नहीं तेरा तेनों बाना देख के खुश होवेगा, और तेनों अंदरों वेखना चाहता तू अंदरों किन्ना क धर्मी है। मर कहते चितवत रिओ ठगौर, चेते विच तां तेरे ठगौरियां चलदियां पे ने, चेते विच तां तेरियां ठगियां चलदियां पे।
ਤਾਂ ਹੀ ਭਗਤ ਕਬੀਰ ਸਾਹਿਬ ਨੇ ਆਖਿਆ ਸੀ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਕਿਉਂ ਅੰਤ ਨਵੇਰਾ ਤੇਰੇ ਜੀ ਪੈਲੀ ਜੈ। ਭਲਿਆ ਭੁੱਲ ਕੇ ਵੀ ਠੱਗੀਆਂ ਨਾ ਮਾਰੀ, ਕਿਸੇ ਦਾ ਬੁਰਾ ਨਾ ਕਰੀ, ਕਿਸੇ ਨਾਲ ਮਾੜਾ ਨਾ ਕਰੀ, ਕਿਉਂਕਿ ਅੰਤ ਨੂੰ ਤੈਨੂੰ ਹਿਸਾਬ ਦੇਣਾ ਪੈਣਾ। ਚਿੱਤ ਬਤਰਿਓ ਠਗੋਰ, ਤੇਰੇ ਚੇਤੇ ਵਿੱਚ ਠਗੋਰੀਆਂ ਨਾ, ਤੇਰੇ ਚੇਤੇ ਵਿੱਚ ਮਾੜੇ ਫੁਰਨੇ ਚੱਲਦੇ ਪਏ ਨਾ। ਨਾਨਕ ਫਾਸੇ ਗੱਲ ਪਰੀ, ਇਹ ਜਿੰਦੇ ਜੀ ਤੇਰੇ ਗੱਲ ਦੀ ਫਾਹੀ ਬਣ ਗਈ। ਇਹ ਜਿੰਦੇ ਜੀ ਤੇਰੇ ਗੱਲ ਵਿੱਚ ਚਿੰਤਾਵਾਂ ਦੀ ਇੱਕ ਫਾਹੀ ਪੈ ਗਈ ਕਿ ਜੋ ਕੁਝ ਮੈਂ ਚਾਹਿਆ ਸੀ ਉਹ ਕੁਝ ਮੇਰੇ ਨਾਲ ਵਾਪਰਿਆ ਨਹੀਂ, ਪਰ ਆਪਣੇ ਆਪੇ ਦੀ ਪੜਚੋਲ ਨਹੀਂ ਕਰਦਾ ਕਿ ਮੇਰੇ ਚਿੱਤ ਵਿੱਚ ਕੀ ਚੱਲਦਾ ਪਿਆ ਸੀ, ਮੇਰੇ ਅੰਦਰ ਕੀ ਚੱਲਦਾ ਪਿਆ ਸੀ। ਜੋ ਕੁਝ ਮਨੁੱਖ ਦੇ ਅੰਦਰ ਚੱਲਦਾ ਉਹ ਤਾਂ ਮੇਰਾ ਗੁਰੂ ਵੇਖਦਾ। ਮਾਰੇ ਕਹਿੰਦੇ ਫਿਰ ਇਹ ਚਿੰਤਾਵਾਂ ਦੀ ਫਿਕਰਾਂ ਦੀ ਫਾਹੀ ਤੇਰੇ ਗੱਲ ਵਿੱਚ ਪੈ ਗਈ। ਤੇਰਾ ਇਹ ਜੀਵਨ ਇੰਨਾ ਕਮਾਲ ਦਾ ਜੀਵਨ, ਇਹ ਸੱਚਮੁੱਚ ਅਮੋਲਕ ਦਾਤ ਉਸ ਮਾਲਕ ਨੇ ਦਿੱਤੀ ਸੀ, ਇਸ ਦੇ ਅੰਦਰ ਤੋਂ ਖੁਆਰੀ ਭਰ ਕੇ ਰੱਖ ਦਿੱਤੀ, ਇਸ ਜੀਵਨ ਨੂੰ ਤੂੰ ਬਰਬਾਦ ਕਰਕੇ ਰੱਖ ਦਿੱਤਾ। ਇਸ ਸ਼ਲੋਕ ਨੂੰ ਸਤਿਗੁਰਾਂ ਨੇ ਅਗਲੇ ਸ਼ਲੋਕ 'ਚ ਫਿਰ ਹੋਰ ਥੋੜ੍ਹਾ ਜਿਹਾ ਵਿਸਤਾਰ ਕੀਤਾ ਹੈ। ਮਾਰੇ ਕਹਿੰਦੇ ਮਨੁੱਖ ਸਾਰੀ ਉਮਰ ਸੁੱਖਾਂ ਦੀ ਖਾਤਰ ਹੀ ਤਾਂ ਦੌੜਦਾ ਰਹਿੰਦਾ, ਇਹ ਥੋੜ੍ਹੀ ਚਾਹੁੰਦਾ ਕਿ ਮੇਰੇ ਜੀਵਨ 'ਚ ਦੁੱਖ ਆ ਜਾਣ। ਇਹ ਤਾਂ ਕੁਦਰਤ ਦਾ ਨਿਯਮ ਹੈ, ਅੱਜ ਸੁੱਖ ਆਏ ਤੇ ਕੱਲ ਦੁੱਖ ਆਣਗੇ, ਪਰ ਇਹ ਥੋੜ੍ਹੀ ਦੁੱਖ ਮੰਗਦਾ ਜੀ। ਮਾਰ ਕਹਿੰਦੇ ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਇਸ ਵਿਚਾਰੇ ਨੇ ਜਿੰਨੇ ਯਤਨ ਕੀਤੇ ਨਾ, ਜਿੰਨੀਆਂ ਕੋਸ਼ਿਸ਼ਾਂ ਕੀਤੀਆਂ, ਕੇਵਲ ਸੁੱਖਾਂ ਦੀ ਖਾਤਰ ਹੀ ਕੀਤੀਆਂ, ਮੇਰੇ ਜੀਵਨ 'ਚ ਸੁੱਖ ਆ ਜਾਣ। ਪਰ ਕੋਈ ਐਸਾ ਮਨੁੱਖ ਨਹੀਂ ਮਿਲਿਆ ਜਿਹੜਾ ਦੁੱਖ ਕੋ ਕੀਓ ਨਾ ਕੋਏ, ਜਿਸ ਨੇ ਦੁੱਖ ਕਰਕੇ ਯਤਨ ਕੀਤਾ ਹੋਵੇ। ਸਾਰੀਆਂ ਘਾਲਣਾ ਇਸ ਵਾਸਤੇ ਘਾਲੀਆਂ ਹੋਣ, ਸਾਰੀਆਂ ਮੁਸ਼ੱਕਤਾਂ ਇਸ ਕਰਕੇ ਕੀਤੀਆਂ ਹੋਣ ਮੇਰੇ ਜੀਵਨ 'ਚ ਦੁੱਖ ਆ ਜਾਣ। ਕੋਈ ਐਸਾ ਮਨੁੱਖ ਧਰਤੀ ਤੇ ਨਹੀਂ ਮਿਲੇਗਾ। ਹਾਂ, ਇੱਕ ਮਰਦ ਅਗੰਮੜਾ ਧਰਤੀ ਤੇ ਆਇਆ ਸਾਧ-ਸੰਗਤ, ਜਿਸ ਨੇ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਮਾਲਕਾ ਕਿਰਪਾ ਕਰ, ਜਿੰਨੇ ਦੁਨੀਆ ਦੇ ਦੁੱਖ ਨਾ ਬੇਸ਼ੱਕ ਤੂੰ ਮੇਰੀ ਝੋਲੀ 'ਚ ਪਾ ਦੇ, ਪਰ ਇਹਦੇ ਬਦਲੇ ਜਿੰਨੇ ਸੰਸਾਰ ਦੇ ਸੁੱਖ ਨੇ ਉਹ ਮੇਰੇ ਤੂੰ ਪੰਥ ਦੀ ਝੋਲੀ ਵਿੱਚ ਪਾ ਦੇ। ਬੜਾ ਪਿਆਰਾ ਵਚਨ ਆਪਾਂ ਪੜ੍ਹਦੇ ਹਾਂ, ਪੰਥ ਵਸੇ ਮੈਂ ਉਜੜਾ, ਮਨ ਚਾਓ ਕਨੇਰਾ। ਇਹ ਗੁਰੂ ਕਲਗੀਧਰ ਪਾਤਸ਼ਾਹ ਆਇਆ ਦੁਨੀਆ ਤੇ। ਕੋਈ ਇਹੋ ਜਿਹਾ ਪੀਰ ਪੈਗੰਬਰ ਨਹੀਂ ਆਇਆ ਜਿਸ ਦੇ ਅੰਦਰ ਇਹ ਚਾਓ ਸੀ ਕਿ ਮੇਰਾ ਪੰਥ ਸੁਖੀ ਵਸਣਾ ਚਾਹੀਦਾ, ਇਹਦੇ ਬਦਲੇ ਭਾਵੇਂ ਮੈਂ ਉਜੜ ਜਾਵਾਂ। ਸਿਰਫ ਆਖਿਆ ਨਹੀਂ ਸਾਧ ਸੰਗਤ, ਗੁਰੂ ਕਲਗੀਧਰ ਪਾਤਸ਼ਾਹ ਦਾ ਜੀਵਨ ਪੜ੍ਹ ਕੇ ਦੇਖੀਏ, ਰੋਮ ਰੋਮ ਪਿਆਰ ਵਿੱਚ ਭਿੱਜ ਜਾਂਦਾ। ਮਾਲਕਾ ਸਾਡੇ ਸੁੱਖਾਂ ਦੀ ਖਾਤਰ ਤੂੰ ਸਭ ਕੁਝ ਕੁਰਬਾਨ ਕਰ ਦਿੱਤਾ, ਆਪਣਾ ਪਰਿਵਾਰ, ਆਪਣੇ ਸੁੱਖ, ਸਾਰਾ ਕੁਝ ਹੀ ਤੂੰ ਦਾਅ ਤੇ ਲਗਾ ਦਿੱਤਾ। ਕਾਹਦੇ ਵਾਸਤੇ? ਮੇਰਾ ਪੰਥ ਸੁਖੀ ਰਵੇ, ਇਹ ਮਾਨਵਤਾ ਵਿੱਚ ਸੁੱਖ ਰਵੇ। ਸੋ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਸੰਸਾਰ ਤੇ ਕੋਈ ਐਸਾ ਮਨੁੱਖ ਨਹੀਂ ਜਿਹੜਾ ਦੁੱਖਾਂ ਦੀ ਖਾਤਰ ਮਿਹਨਤ ਕਰੇ। ਹਰ ਕੋਈ ਸੁੱਖਾਂ ਵਾਸਤੇ ਦੌੜਦਾ ਜੀ। ਜਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ ਕੋਈ। ਪਰ ਇਹ ਗੱਲ ਵੱਖਰੀ ਹੈ, ਸੁੱਖ ਮੰਗਤ ਦੁੱਖ ਆ ਗਏ ਆਵੇ। ਮਨੁੱਖ ਮੰਗਦਾ ਸੁੱਖ ਹੈ, ਲੇਕਿਨ ਅੱਗੇ ਆ ਕੇ ਦੁੱਖ ਖੜੇ ਹੋ ਜਾਂਦੇ ਨੇ। ਕਹੋ ਨਾਨਕ ਸੁਨ ਰੇ ਮਨਾ, ਹਰ ਪਾਵੈ ਸੋ ਹੋਏ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਇਹ ਮੇਰੇ ਮਨ ਸੁਣ, ਅਸਲ ਵਿੱਚ ਪਤਾ ਕੀ ਹੈ? ਹਰ ਭਾਵੈ ਸੋ ਹੋਏ। ਜੋ ਕੁਝ ਉਹਨੂੰ ਪਾਏਗਾ ਨਾ ਉਹੀ ਕੁਝ ਹੋਣਾ ਹੀ। ਇਸ ਤਰੀਕੇ ਨਾਲ ਆਪਣੇ ਜੀਵਨ ਨੂੰ ਢਾਲ ਲੈ, ਤੇਰੀਆਂ ਮਰਜ਼ੀਆਂ ਨਹੀਂ ਇੱਥੇ ਚੱਲਣੀਆਂ। ਇੱਥੇ ਤਾਂ ਜੋ ਕੁਝ ਉਸ ਮਾਲਕ ਨੂੰ ਪ੍ਰਵਾਨ ਹੋਵੇਗਾ ਨਾ ਉਹੀ ਕੁਝ ਸਾਨੂੰ ਪ੍ਰਵਾਨ ਕਰਨਾ ਪੈਣਾ। ਸਤਿਗੁਰਾਂ ਨੇ ਅਰਦਾਸ ਕਰਨ ਦੇ ਵੀ ਇਸੇ ਤਰ੍ਹਾਂ ਜਾ ਸਕੇ, ਸਿੱਖ ਮਤ ਸਭ ਬੁੱਤ ਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨਾ ਜਾਣਾ, ਮੇਰੇ ਸਾਹਿਬਾਂ ਗੁਣ ਗਾਵਾਂ ਨਿਤ ਤੇਰੇ। ਜੀ ਜੰਤ ਸਭ ਸ਼ਰਨ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਬਸ ਇਹ ਅਰਦਾਸ ਕਰ ਮਾਲਕਾ, ਜੋ ਕੁਝ ਤੈਨੂੰ ਭਾਏ ਮੈਨੂੰ ਚੰਗਾ ਲੱਗ ਜਾਏ। ਇਹ ਕੋਈ ਛੋਟੀ ਬਾਤ ਥੋੜ੍ਹੀ ਹੈ। ਇਹ ਤਾਂ ਉੱਠਦੇ ਬਹਿੰਦੇ ਸੌਂਦੇ ਜਾਗਦੇ ਇੱਕ ਅਰਦਾਸ ਕਰਨੇ ਪੈਣੀ ਹੈ, ਕਿਤੇ ਸਾਡਾ ਜੀਵਨ ਉਸ ਮਾਲਕ ਦੇ ਮੁਤਾਬਕ ਚੱਲ ਪਵੇ, ਉਸ ਮਾਲਕ ਦੀ ਰਜ਼ਾ ਵਿੱਚ ਸਾਡਾ ਜੀਵਨ ਚੱਲਣਾ ਸ਼ੁਰੂ ਹੋ ਜਾਏ, ਤਾਂ ਜੀਵਨ ਵਿੱਚ ਖੁਸ਼ੀਆਂ ਆ ਜਾਣਗੀਆਂ। ਜੀਵਨ ਵਿੱਚ ਕਦੇ ਕੋਈ ਪਰੇਸ਼ਾਨੀ ਦੀ ਫਾਈ ਗੱਲ ਵਿੱਚ ਨਹੀਂ ਪਏਗੀ, ਜਦੋਂ ਆਪਾਂ ਉਸ ਨੂੰ ਸਮਰਪਿਤ ਹੋ ਕੇ ਤੁਰ ਪਵਾਂਗੇ। ਤਾਂ ਹੀ ਮੇਰੇ ਗੁਰੂ ਨਾਨਕ ਨੇ ਆਖਿਆ ਸੀ, ਜਿਹੜਾ ਵੀ ਮੇਰੇ ਕੋਲ ਆਉਣਾ ਚਾਹੁੰਦਾ ਹੈ ਉਹ ਇੱਕ ਭਾਵਨਾ ਲੈ ਕੇ ਆਏ ਕਿ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨਕਾ, ਤੋ ਆਓ ਹਮਾਰੇ ਪਾਸ। ਆਪਣੀਆਂ ਮਰਜ਼ੀਆਂ ਤੈਨੂੰ ਛੱਡਣੀਆਂ ਪੈਣਗੀਆਂ। ਤੁਹਾਨੂੰ ਪਤਾ ਹੈ, ਇੱਕ ਵਾਰ ਇੱਕ ਗਾਥਾ ਸਾਂਝੀ ਕੀਤੀ ਸੀ। ਕੋਈ ਸੇਠ ਜਦੋਂ ਕਿਸੇ ਨੌਕਰ ਨੂੰ, ਕਿਸੇ ਗੁਲਾਮ ਨੂੰ ਖਰੀਦ ਕੇ ਲਿਆਇਆ ਨਾ, ਆ ਕੇ ਤੇ ਕੁਝ ਦਿਨ ਉਹ ਗੁਲਾਮ ਜਿਹੜਾ ਆਪਣੇ ਮਾਲਕ ਦੀ ਸੇਵਾ ਕਰਦਾ ਰਿਹਾ। ਇੱਕ ਦਿਨ ਮਾਲਕ ਮੌਜ ਵਿੱਚ ਆਇਆ ਤੇ ਆਪਣੇ ਗੁਲਾਮ ਨੂੰ ਕਹਿੰਦਾ, ਭਾਈ ਇੰਨੇ ਦਿਨ ਹੋ ਗਏ ਨਾ ਮੈਂ ਤੈਨੂੰ ਖਰੀਦ ਕੇ ਲਿਆਂਦਾ, ਤੂੰ ਆਪਣੀ ਮਰਜ਼ੀ ਨਹੀਂ ਕੋਈ ਜ਼ਾਹਰ ਕੀਤੀ, ਤੇਰੀ ਮਰਜ਼ੀ ਕੀ ਹੈ?
ਤੂੰ ਕਿਹੋ ਜਿਹਾ ਖਾਣਾ ਪਸੰਦ ਕਰਨਾ, ਤੂੰ ਕਿਹੋ ਜਿਹੇ ਵਸਤਰ ਪਸੰਦ ਕਰਨਾ, ਤੂੰ ਕਿਹੋ ਜਿਹਾ ਰਹਿਣਾ ਪਸੰਦ ਕਰਨਾ। ਉਸ ਗੁਲਾਮ ਨੇ ਹੱਥ ਜੋੜ ਕੇ ਇੱਕ ਗੱਲ ਆਖੀ ਸੀ, ਮਾਲਕਾ ਮੇਰੀਆਂ ਮਰਜ਼ੀਆਂ ਤੇ ਉਸੇ ਦਿਨ ਖਤਮ ਹੋ ਗਈਆਂ ਸਨ ਜਿਸ ਦਿਨ ਤੂੰ ਮੈਨੂੰ ਖਰੀਦ ਕੇ ਲਿਆਂਦਾ ਸੀ। ਇਹੋ ਜਿਹੀ ਭਾਵਨਾ, ਇਹ ਮਾਲਕਾ ਮੇਰੀਆਂ ਮਰਜ਼ੀਆਂ ਤੇ ਉਸੇ ਦਿਨ ਖਤਮ ਹੋ ਗਈਆਂ ਸਨ ਜਿਸ ਦਿਨ ਮੈਂ ਸੀਸ ਆਪਣਾ ਤੇਰੇ ਚਰਨਾਂ 'ਚ ਰੱਖ ਦਿੱਤਾ ਸੀ। ਜੀਵਨ 'ਚ ਇੱਕ ਵੱਖਰਾ ਇਨਕਲਾਬ ਆਏਗਾ, ਜੀਵਨ 'ਚ ਇੱਕ ਵੱਖਰਾ ਆਨੰਦ ਆਵੇਗਾ ਜਦੋਂ ਗੁਰੂ ਨੂੰ ਸਮਰਪਿਤ ਹੋ ਜਾਵਾਂ, ਗੁਰੂ ਅੱਗੇ ਆਪਣਾ ਆਪਾ ਵੇਚ ਦੇਵਾਂਗੇ। ਮਾਰ ਕਹਿੰਦੇ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ, ਕਹੋ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ। ਮੇਰੇ ਮਨ ਸੁਣ, ਤੂੰ ਜਿੰਨੀ ਮਰਜ਼ੀ ਚਾਹਤ ਰੱਖ ਲੈ, ਜਿੰਨੀਆਂ ਮਰਜ਼ੀ ਦੌੜਾਂ ਕਰ ਲੈ, ਅਸਲ ਵਿੱਚ ਹੋਣਾ ਉਹੀ ਹੋਇਆ ਜੋ ਕੁਝ ਉਸ ਮਾਲਕ ਨੂੰ ਮਨਜ਼ੂਰ ਹੋਵੇਗਾ। ਲਓ ਫਿਰ ਸਤਿਗੁਰਾਂ ਨੇ ਸ਼ਲੋਕ ਨੰਬਰ 40 ਦੇ ਅੰਦਰ ਮਨੁੱਖ ਦੀ ਹੋਰ ਤਰੀਕੇ ਨਾਲ ਦਸ਼ਾ ਬਿਆਨ ਕੀਤੀ। ਮਰ ਕਹਿੰਦੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਭਲਿਆ ਇਹ ਗੱਲ ਸਮਝ ਆ ਜੇ, ਜਨੇ ਖਨੇ ਅੱਗੇ ਖੁਸ਼ਾਮਦ ਨਾ ਕਰੀ, ਜਨੇ ਖਨੇ ਅੱਗੇ ਆਪਣੀ ਝੋਲੀ ਨਾ ਅੱਡੀ। ਇਹ ਸਾਰੇ ਦਾ ਸਾਰਾ ਸੰਸਾਰ ਜਿਹੜਾ ਨਾ ਇਹ ਮੰਗਤਾ ਬਣ ਕੇ ਭੜਕਦਾ ਪਿਆ ਈ, ਤੇ ਮੰਗਤਿਆਂ ਕੋਲੋਂ ਤੈਨੂੰ ਕੀ ਮਿਲੇਗਾ? ਮੰਗਤਿਆਂ ਕੋਲੋਂ ਤੈਨੂੰ ਕਦੇ ਸੁੱਖ ਨਹੀਂ ਮਿਲ ਸਕਦਾ, ਖੁਸ਼ੀ ਨਹੀਂ ਮਿਲ ਸਕਦੀ, ਕਿਉਂਕਿ ਸਭ ਕੋ ਦਾਤਾ ਰਾਮ, ਸਾਰੇ ਸੁੱਖਾਂ ਦਾ ਦਾਤਾ, ਸਾਰੀਆਂ ਦਾਤਾਂ ਦਾ ਮਾਲਕ ਉਹ ਰਾਮ ਹੀ। ਉਹਦੇ ਅੱਗੇ ਆਪਣੀ ਝੋਲੀ ਅੱਡ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਮੈਂ ਕਿਆ ਮੰਗੂ ਕਿਸ ਤਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਜਾਂ ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਸਾਚੇ ਸਾਹਿਬਾਂ ਕਿਆ ਨਹੀਂ ਕਰਤੇ ਰਿਹਾ, ਉਹਦੇ ਕੋਲੋਂ ਮੰਗ ਨਾ। ਮੇਰੇ ਸਤਿਗੁਰ ਕਹਿੰਦੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਇਹ ਸਾਰੇ ਦਾ ਸਾਰਾ ਸੰਸਾਰ ਮੰਗਤਾ ਬਣ ਕੇ ਭਟਕਦਾ ਪਿਆ, ਇਹਨੂੰ ਸਮਝ ਨਹੀਂ ਆਉਂਦੀ ਕਿ ਸਾਰੇ ਸੁੱਖਾਂ ਦਾ ਦਾਤਾ ਕੇਵਲ ਰਾਮ ਹੈ। ਸਰਬ ਸੁੱਖਾਂ ਦਾ ਦਾਤਾ ਸਤਿਗੁਰ ਤਾਂ ਕੀ ਸ਼ਰਣੀ ਪਾਈ ਹੈ। ਜਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਲੋਕ ਪੜ੍ਹ ਕੇ ਆਏ, ਸਭ ਸੁਖ ਦਾਤਾ ਰਾਮ ਹੈ ਦੂਸਰ ਨਾਏ ਕੋਈ। ਉਹ ਸਾਰੇ ਸੁੱਖਾਂ ਦਾ ਦਾਤਾ ਤੇ ਉਹ ਹੈ, ਤਾਂ ਤੂੰ ਸੰਸਾਰ ਤੇ ਮੰਗਤਾ ਬਣ ਕੇ ਭਟਕਦਾ ਰਹਿਣਾ। ਮਰ ਕਹਿੰਦੇ ਕਹੋ ਨਾਨਕ ਮਨ ਸਿਮਰਤ ਪੂਰਨ ਹੋਵੇ ਕਾਮ। ਇਹ ਮੇਰੇ ਮਨ ਸੁਣ, ਉਸ ਮਾਲਕ ਨੂੰ ਸਿਮਰਿਆ ਕਰ, ਉਸ ਮਾਲਕ ਦੀ ਇਬਾਦਤ ਕਰਿਆ ਕਰ, ਤੇ ਮੈਂ ਤੈਨੂੰ ਦਾਅਵੇ ਨਾਲ ਕਹਿਣਾ ਤੇਰੇ ਜੀਵਨ 'ਚ ਖੁਸ਼ੀਆਂ ਆ ਜਾਵਣਗੀਆਂ। ਤੇਰੇ ਜੀਵਨ ਦਾ ਹਰ ਇੱਕ ਕਾਰਜ ਜਿਹੜਾ ਉਹ ਰਾਸ ਹੋ ਜਾਵੇਗਾ। ਸਭ ਤੋਂ ਵੱਡਾ ਕਾਰਜ ਇਹ ਹੈ, ਇਹ ਜੀਵਨ ਕਿਧਰੇ ਸਫਲ ਹੋ ਜਾਏ, ਇਹ ਜੀਵਨ 'ਚ ਕਿਧਰੇ ਕਾਮਯਾਬੀ ਆ ਜਾਏ। ਤਾਂ ਹੀ ਤਾਂ ਮੇਰੇ ਸਤਿਗੁਰ ਕਹਿੰਦੇ ਰੋਜ਼ ਅਰਦਾਸ ਕਰਿਆ ਕਰ, ਔਦ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸਵਾਰੇ। ਮੇਰੇ ਮਨ ਗੁਰੂ ਨੂੰ ਮਿਲ, ਤੇ ਆਪਣਾ ਜਿਹੜਾ ਕਾਰਜ ਕਰਨ ਵਾਸਤੇ ਆਇਆ ਨਾ, ਉਸ ਵਾਸਤੇ ਤੂੰ ਅਰਦਾਸ ਕਰ, ਉਸ ਕਾਰਜ ਨੂੰ ਕਿਤੇ ਸਫਲ ਕਰ। ਬਸ ਜੀਵਨ ਦਾ ਮਕਸਦ ਇਹ ਹੈ ਕਿਤੇ ਜਿੰਦੇ ਜੀ ਆਪਾਂ ਗੁਰੂ ਪਰਮਾਤਮਾ ਨੂੰ ਸਮਰਪਿਤ ਹੋ ਜਾਈਏ, ਗੁਰੂ ਦੇ ਭਾਣੇ ਵਿੱਚ ਆਪਾਂ ਚੱਲਣ ਦੀ ਕੋਸ਼ਿਸ਼ ਕਰੀਏ। ਗੁਰੂ ਕਿਰਪਾ ਕਰੇ ਕਿਤੇ ਇਹੋ ਜਿਹੀ ਅਵਸਥਾ ਦਾ ਕਿਨਕਾ ਗੁਰੂ ਤੇਗ ਬਹਾਦਰ ਪਾਤਸ਼ਾਹ ਰਹਿਮਤ ਕਰਕੇ ਸਾਡੀ ਝੋਲੀ 'ਚ ਪਾ ਦੇਣ, ਸਾਡਾ ਜੀਵਨ ਸਫਲ ਹੋ ਜਾਏ। ਸਾਧ ਸੰਗਤ, ਅੱਜ 40 ਕੁ ਸ਼ਲੋਕਾਂ ਦੀ ਵਿਚਾਰ ਜਿਹੜੀ ਸੰਪੂਰਨ ਹੋਈ ਹੈ। ਸਾਰੇ ਅਰਦਾਸ ਕਰਿਓ ਮਿਲ ਕੇ ਕਿ ਹੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਰਪਾ ਕਰੀ, ਰਹਿਮਤ ਕਰੀ, ਕਿਤੇ ਆਪਾਂ ਗੁਰਮਤ ਅਨੁਸਾਰ ਆਪਣਾ ਜੀਵਨ ਜੀ ਸਕੀਏ, ਤਾਂ ਕਿ ਸਾਡੇ ਜੀਵਨ 'ਚ ਕਿਤੇ ਆਨੰਦ ਆ ਜਾਏ। ਰੋਜ਼ ਸਿੱਖ ਯਾਦ ਕਰਦਾ ਤੇਗ ਬਹਾਦਰ ਸਿਮਰਿਐ, ਘਰ ਨੌ ਨਿਤ ਆਵੈ ਧਾਇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਚੇਤੇ ਕੀਤਿਆਂ, ਉਹਨਾਂ ਦੇ ਸਿਧਾਂਤਾਂ ਅਨੁਸਾਰ ਚੱਲਿਆ, ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ, ਕਿਉਂ ਸਭ ਥਾਈਂ ਹੋਏ ਸਹਾਇ। ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਹਰ ਜਗ੍ਹਾ ਤੇ ਤੇਰਾ ਮਦਦਗਾਰ ਬਣੇਗਾ, ਹਰ ਜਗ੍ਹਾ ਤੇ ਤੇਰਾ ਸਹਾਈ ਹੋਵੇਗਾ, ਜੇ ਤੂੰ ਮਨ ਕਰਕੇ ਉਹਦੇ ਅੱਗੇ ਅਰਦਾਸ ਕਰੇਗਾ। ਆਓ ਸ਼ਲੋਕਾਂ ਨੂੰ ਪੜ੍ਹਦਿਆਂ ਕਥਾ ਕਰਦਿਆਂ ਕਿਤੇ ਸਾਡਾ ਜੀਵਨ ਗੁਰੂ ਦੇ ਅਨੁਕੂਲ ਹੋ ਜਾਏ, ਗੁਰੂ ਮੁਤਾਬਕ ਆਪਾਂ ਚੱਲਣਾ ਸ਼ੁਰੂ ਕਰ ਦਈਏ, ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੀਏ, ਤਾਂ ਕਿ ਸਾਡਾ ਇਹ ਜੀਵਨ ਸਫਲਾ ਹੋ ਜਾਏ ਜੀ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਹਿਬ ਸੁਮੇਲ। ਗੱਜ ਕੇ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।